ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਤੁਸੀਂ ਦੇਖ ਰਹੇ ਹੋ ਸਾਡਾ ਇਹ ਖਾਸ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲਾ ਜੀ ਦਾ ਸਵਾਗਤ ਕਰਦੇ ਹਾਂ। ਫਿਰ ਸਵਾਲਾਂ ਦੇ ਸਿਲਸਿਲੇ ਵਧਾਉਂਦੇ ਹਾਂ। ਡੱਲਾ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਮਨਦੀਪ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ। ਡੱਲਾ ਜੀ, ਸੁਣਨ ਦੇ ਵਿੱਚ ਆ ਰਿਹਾ ਕਿ ਦਿੱਲੀ ਦੇ ਵਿੱਚ ਹੁਣ ਫਿਰ ਤੋਂ ਪੁਰਾਣੀ ਸ਼ਰਾਬ ਨੀਤੀ ਲਾਗੂ ਹੋਏਗੀ। ਆਮ ਆਦਮੀ ਪਾਰਟੀ ਨੇ ਯੂ ਟਰਨ ਜਿਹੜਾ ਉਹ ਕਿਉਂ ਮਾਰਿਆ? ਦੇਖੋ, ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਰਾਣੀ ਜਿਹੜੀ ਆਬਕਾਰੀ ਨੀਤੀ ਕਹਿੰਦੇ, ਜਿਹਨੂੰ ਐਕਸਾਈਜ਼ ਪਾਲਿਸੀ ਹੈ, ਸ਼ਰਾਬ ਨੀਤੀ ਕਹਿ ਦਿੰਦੇ ਆ ਦੇਸੀ ਭਾਸ਼ਾ 'ਚ, ਉਹ ਲਾਗੂ ਕਰਨ ਦਾ ਫੈਸਲਾ ਕੀਤਾ। ਦੇਖੋ, ਜਿਹੜੀ ਨਵੀਂ ਆਬਕਾਰੀ ਨੀਤੀ ਸੀ, ਸਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ 'ਚ ਉਹਦੇ 'ਤੇ ਬਹੁਤ ਰੌਲੇ ਪਏ। ਆਬਕਾਰੀ ਮਹਿਕਮੇ ਦੇ ਮੁਖੀ ਵੀ ਮਨੀਸ਼ ਸਿਸੋਦੀਆ ਨੇ, ਜਿਹੜੇ ਕਿ ਡਿਪਟੀ ਮੁੱਖ ਮੰਤਰੀ ਹੈ, ਔਰ ਨਵੀਂ ਆਬਕਾਰੀ ਨੀਤੀ ਦੀ ਜਿਹੜੀ CBI ਜਾਂਚ ਦੀ ਸਿਫਾਰਿਸ਼ ਕਰਤੀ। ਜਿਹੜੇ ਉੱਥੋਂ ਦੇ ਉਪ ਰਾਜਪਾਲ ਹੈ ਵਿਨੇ ਕੁਮਾਰ, ਉਹਨਾਂ ਨੇ ਮੁੱਖ ਸਕੱਤਰ ਦੀ ਸ਼ਿਕਾਇਤ ਤੇ ਸਿਫਾਰਿਸ਼ ਤੇ CBI ਜਾਂਚ ਦੀ ਸਿਫਾਰਿਸ਼ ਕਰਤੀ। ਮੁੱਖ ਸਕੱਤਰ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਉਹਨਾਂ ਨੇ, ਔਰ ਹੁਣ 1 ਅਗਸਤ ਤੋਂ ਮਤਲਬ ਕੱਲ੍ਹ ਤੋਂ ਪੁਰਾਣੀ ਆਬਕਾਰੀ ਨੀਤੀ ਹੀ ਲਾਗੂ ਹੋਣ ਜਾ ਰਹੀ ਹੈ। ਭਾਵ ਕਿ ਦਿੱਲੀ ਦੀ ਸਰਕਾਰ ਨੇ ਇੱਕ ਯੂ ਟਰਨ ਲਿਆ। ਦੇਖੋ, ਦਿੱਲੀ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਦਾਅਵਾ ਕਰ ਰਹੀ ਸੀ ਕਿ BJP ਰਾਜਨੀਤੀ ਕਰ ਰਹੀ ਹੈ, ਜਾਣ-ਬੁੱਝ ਕੇ ਮਨੀਸ਼ ਸਿਸੋਦੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਹੁਣ ਅਚਾਨਕ ਹੀ ਇਹ ਫੈਸਲਾ ਕਰਨਾ, ਮੀਡੀਆ ਦੇ ਵਿੱਚ ਇਹ ਰਿਪੋਰਟਾਂ ਆਈਆਂ ਨੇ ਕਿ ਕੱਲ੍ਹ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ 1 ਅਗਸਤ ਤੋਂ ਪੁਰਾਣੀ ਆਬਕਾਰੀ ਨੀਤੀ ਦੀ ਵਿਵਸਥਾ 'ਤੇ ਅਸੀਂ ਵਾਪਸ ਮੁੜਾਂਗੇ। ਅਤੇ ਜਿਹੜੀ ਨਵੀਂ ਆਬਕਾਰੀ ਨੀਤੀ ਹੈ ਉਹਦੇ 'ਤੇ ਹਜੇ ਹੋਰ ਕੰਮ ਹੋ ਰਿਹਾ। ਨਵੀਂ ਆਬਕਾਰੀ ਜਿਹੜੀ ਆਬਕਾਰੀ ਵਿਭਾਗ ਮੁਤਾਬਕ ਆਬਕਾਰੀ ਨੀਤੀ 2022-23 'ਤੇ ਹਜੇ ਵੀ ਕੰਮ ਚੱਲ ਰਿਹਾ। ਔਰ ਕਈ ਯੋਜਨਾਵਾਂ ਸੀ ਦਿੱਲੀ ਸਰਕਾਰ ਦੀਆਂ। ਘਰ ਘਰ ਸ਼ਰਾਬ ਪਹੁੰਚਾਉਣ ਦੀ ਵੀ ਯੋਜਨਾ ਸੀ। ਘਰ ਘਰ ਸ਼ਰਾਬ ਪਹੁੰਚਾਉਣ ਵਰਗੀਆਂ ਸਿਫਾਰਿਸ਼ਾਂ ਵੀ ਸੀ, ਉਹ 'ਚ ਮੀਡੀਆ ਰਿਪੋਰਟ ਕਰਦਾ। ਸੋ ਇਹ ਵੀ ਉਹਦੇ 'ਚ ਇਸ ਤਰੀਕੇ ਦੇ ਵੀ ਪਹਿਲੂ ਸੀ। ਪਰ ਹੁਣ ਪੁਰਾਣੀ ਸ਼ਰਾਬ ਪਾਲਿਸੀ 'ਤੇ ਵਾਪਸ ਆਏ, ਕਿਉਂਕਿ ਬਹੁਤ ਗੰਭੀਰ ਕਰਪਸ਼ਨ ਦੇ ਇਲਜ਼ਾਮ ਨੇ ਜਿਹੜੇ ਉਸ ਸ਼ਰਾਬ ਪਾਲਿਸੀ 'ਤੇ ਵਿਰੋਧੀਆਂ ਨੇ ਲਾਏ। ਹਾਲਾਂਕਿ ਇਹ ਤਾਂ ਹੁਣ ਜਾਂਚ, ਜਦੋਂ CBI ਦੀ ਸਿਫਾਰਿਸ਼ ਹੋ ਗਈ, ਹੁਣ CBI ਦੀ ਜਾਂਚ ਤੋਂ ਬਾਅਦ ਇਹ ਤੈਅ ਹੋਊਗਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੀ ਸ਼ਰਾਬ ਨੀਤੀ ਸੱਚੀ ਸੁੱਚੀ ਸੀ ਜਾਂ ਉਹਦੇ 'ਚ ਕਰਪਸ਼ਨ ਸੀ। ਇਹ ਤਾਂ ਵਕਤ ਦੱਸੂਗਾ। ਪਰ ਮੈਂ ਇੱਕ ਗੱਲ ਹੋਰ ਜ਼ਰੂਰ ਕਹੂੰਗਾ, ਪੰਜਾਬ ਦੇ ਵਿੱਚ ਵੀ ਜਿਹੜੀ ਸ਼ਰਾਬ ਪਾਲਿਸੀ ਹੈ ਉਹਨੂੰ ਲੈ ਕੇ ਕੋਈ ਬਹੁਤੀ ਜ਼ਿਆਦਾ ਸੰਤੁਸ਼ਟੀਜਨਕ ਨਤੀਜੇ ਨਹੀਂ ਆ ਰਹੇ। ਔਰ ਮੈਨੂੰ ਫਿਰ ਬਾਰ-ਬਾਰ ਉਹ ਮਾਡਲ ਨਵਜੋਤ ਸਿੰਘ ਸਿੱਧੂ ਦਾ ਯਾਦ ਆ ਜਾਂਦਾ ਹੈ ਕਿ ਸਰਕਾਰਾਂ ਵਾਅਦੇ ਬਹੁਤ ਕਰਦੀਆਂ ਨੇ, ਗੱਲਾਂ ਬਹੁਤ ਕਰਦੀਆਂ ਨੇ, ਲੇਕਿਨ ਨੀਤੀਗਤ ਫੈਸਲੇ ਕਰਨ ਦੇ ਵਿੱਚ ਫੇਲ ਹੋ ਜਾਂਦੀਆਂ ਨੇ। ਹੁਣ ਅਸਲ ਦੇ ਵਿੱਚ ਪੰਜਾਬ ਉਹ ਸੂਬਾ ਜਿਹਦੇ 'ਚ ਸਾਨੂੰ ਸਰਕਾਰੀ ਪਾਲਿਸੀ ਚਾਹੀਦੀ ਹੈ। ਸਾਨੂੰ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਚਾਹੀਦੀ ਹੈ। ਸ਼ਰਾਬ ਦਾ ਕੰਮ ਸਰਕਾਰ ਦੇ ਹੱਥ ਹੋਵੇ, ਨਾ ਐਕਸਾਈਜ਼ ਚੋਰੀ ਹੋਵੇ, ਨਾ ਕਿਸੇ ਤਰੀਕੇ ਦੀ ਗੈਰ ਕਾਨੂੰਨੀ ਸ਼ਰਾਬ ਆਵੇ। ਔਰ ਸਰਕਾਰੀ ਕਾਰਪੋਰੇਸ਼ਨ ਬਣਾ ਕੇ ਤੁਸੀਂ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਡੀਲਰ ਡਿਸਟ੍ਰੀਬਿਊਸ਼ਨ ਦੇ ਨੈਟਵਰਕ 'ਚ ਤਾਂ ਲੈ ਸਕਦੇ ਹੋ, ਪਰ ਕੰਮ ਸਰਕਾਰੀ ਹੋਣਾ ਚਾਹੀਦਾ ਤਾਂ ਕਿ ਸਾਰੀ ਕਲੈਕਸ਼ਨ ਹੈ ਜਿਹੜੀ ਸ਼ਾਮ ਨੂੰ ਠੇਕਿਆਂ 'ਤੇ ਕਲੈਕਸ਼ਨ ਜਿਹੜੀ ਹੈ ਉਹ ਸਿੱਧੇ ਰੂਪ 'ਚ ਸਾਡੇ ਖਜ਼ਾਨੇ ਦੀ ਕਲੈਕਸ਼ਨ ਬਣ ਜੇ। ਸੋ ਸ਼ਰਾਬ ਦੇ ਠੇਕੇ ਦਾ ਜਿਹੜਾ ਮੂੰਹ ਹੈ, ਸ਼ਟਰ ਚੱਕੋ ਅਤੇ ਉਹ ਪੰਜਾਬ ਦੇ ਖਜ਼ਾਨੇ 'ਚ ਪੈਸਾ ਜਾਵੇ। ਇਹ ਨਹੀਂ ਵੀ ਉਹ ਕਈ ਪਾਸੇ ਘੁੰਮਦਾ ਰਹੇ ਅਤੇ ਉਹ ਮਾਫੀਆ ਕੋਲੇ ਤੁਰ ਜੇ। ਸੋ ਇਸ ਕਰਕੇ ਦਿੱਲੀ ਦੀ ਜਿਹੜੀ ਸ਼ਰਾਬ ਪਾਲਿਸੀ ਆ ਉਹਦੇ 'ਤੇ ਮਨਜਿੰਦਰ ਸਿਰਸਾ ਨੇ ਵੀ ਬੜਾ ਤਿੱਖਾ ਹਮਲਾ ਜਿਹੜਾ ਕੀਤਾ, BJP ਦੇ ਲੀਡਰਾਂ ਨੇ ਵੀ ਕੀਤਾ। ਸੋ ਮਨਜਿੰਦਰ ਸਿਰਸਾ ਨੇ ਤਾਂ ਕਈ ਸਵਾਲ ਚੱਕਤੇ, ਉਹਨਾਂ ਨੇ ਟਵੀਟ ਕੀਤਾ। ਉਹ ਕਹਿੰਦੇ ਨਵੀਂ ਆਬਕਾਰੀ ਨੀਤੀ ਨੂੰ ਵਾਪਸ ਲੈ ਕੇ ਪੁਰਾਣੀ ਨੀਤੀ ਨੂੰ, ਨਵੀਂ ਆਬਕਾਰੀ ਨੀਤੀ ਨੂੰ ਵਾਪਸ ਲੈ ਕੇ ਪੁਰਾਣੀ ਨੀਤੀ ਨੂੰ ਦੁਬਾਰਾ ਕਬੂਲ ਕਰਨਾ, ਇਹ ਕਹਿੰਦੇ ਸ਼ੱਕ ਦਾ, ਇਹਦੇ 'ਚ ਸ਼ੱਕ ਖੜਾ ਹੁੰਦਾ। ਕਹਿੰਦੇ ਇਹਦਾ ਮਤਲਬ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਬੂਲ ਕੀਤਾ ਕਿ ਆਪ ਦੀ ਨਵੀਂ ਆਬਕਾਰੀ ਨੀਤੀ ਪੱਖਪਾਤੀ ਹੈ ਅਤੇ ਦਿੱਲੀ ਸਰਕਾਰ ਦੇ ਹਿੱਤਾਂ ਦੇ ਵਿਰੋਧ 'ਚ ਸੀ। ਉਹ ਕਹਿੰਦੇ ਮਨੀਸ਼ ਸਿਸੋਦੀਆ ਨੂੰ ਬਰਖਾਸਤ ਕਰਨਾ ਚਾਹੀਦਾ। ਮਨਜਿੰਦਰ ਸਿਰਸਾ ਨੇ ਤਾਂ ਇੱਥੋਂ ਤੱਕ ਉਹਨਾਂ ਦੀ ਮੰਗ ਕੀਤੀ ਹੈ। ਮਨਜਿੰਦਰ ਸਿਰਸਾ ਕਹਿੰਦੇ ਵੀ ਦਿੱਲੀ ਦੇ ਲੋਕ ਜਿਹੜੇ ਜਿੱਤੇ ਹੋਏ ਨੇ, ਇਸ ਪਾਲਿਸੀ ਨੂੰ ਵਾਪਸ ਹੋਣ ਦੇ ਨਾਲ ਇਹ ਗੱਲ ਸਾਬਤ ਹੁੰਦੀ ਹੈ। ਇਹ ਬਿਆਨ ਨੇ ਲੀਡਰਾਂ ਦੇ, ਪਰ ਸੱਚ ਕੀ ਹੈ ਤਾਂ CBI ਦੀ ਪਾਲਿਸੀ 'ਚੋਂ ਜਾਂਚ ਹੋਊਗਾ। ਪਰ ਪੰਜਾਬ 'ਚ ਸਾਨੂੰ ਨਵਜੋਤ ਸਿੰਘ ਸਿੱਧੂ ਵਾਲੀ ਸਰਕਾਰੀ ਕਾਰਪੋਰੇਸ਼ਨ ਵਾਲੀ ਪਾਲਿਸੀ ਲਾਗੂ ਕਰਨੀ ਚਾਹੀਦੀ ਹੈ, ਜਿਹਦੇ ਨਾਲ ਪੰਜਾਬ ਦੇ ਖਜ਼ਾਨੇ 'ਚ ਰੈਵਨਿਊ ਆਊਗਾ। ਕਿਉਂਕਿ ਹੁਣ ਵੀ ਜਿਹੜੀ ਪੰਜਾਬ ਵਾਲੀ ਪਾਲਿਸੀ ਹੈ ਨਾ ਜੀ, ਉਹਨੇ ਸਿਰਫ ਪਿਛਲੇ ਸਾਲ ਨਾਲੋਂ 4-5 ਹਜ਼ਾਰ ਕਰੋੜ ਦਾ ਵਾਧਾ ਹੀ ਦਿਖਾਉਣ ਦੀ ਗੱਲ ਕੀਤੀ ਗਈ ਹੈ। ਕੁੱਲ 9500 ਜਾਂ 10,000 ਕਰੋੜ ਦੇ ਰੈਵਨਿਊ ਦੀ ਗੱਲ ਕੀਤੀ ਗਈ ਹੈ, ਜਦ ਕਿ ਇਹ ਕੁਝ ਵੀ ਨਹੀਂ। ਇਹ ਪਿਛਲੀਆਂ ਪਾਲਿਸੀਆਂ ਨਾਲੋਂ 40-50 ਜਾਂ 60% ਦਾ ਜੇ ਅਸੀਂ ਵਾਧਾ ਵੀ ਮੰਨ ਲਈਏ, ਉਸ ਤੋਂ ਜ਼ਿਆਦਾ ਨਹੀਂ ਹੈ। ਇਸ ਕਰਕੇ ਜਿਹੜੀਆਂ ਗੱਲਾਂ ਹੋ ਰਹੀਆਂ ਸੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕਿ 20-25 ਹਜ਼ਾਰ ਅਸੀਂ ਸ਼ਰਾਬ ਤੋਂ ਸਰਕਾਰ ਦੇ ਖਜ਼ਾਨੇ 'ਚ ਲਿਆਵਾਂਗੇ, ਉਹ ਸੁਪਨੇ ਵਾਲੀਆਂ ਗੱਲਾਂ ਹੀ ਨੇ।
ਬਾਕੀ ਥੋੜ੍ਹੇ 4 ਮਹੀਨੇ ਹੋ ਗਏ, ਬਾਕੀ 8 ਮਹੀਨੇ ਆਪਾਂ ਹੋਰ ਕੱਢ ਲਈ, ਐਕਸਾਈਜ਼ ਪਾਲਿਸੀ ਦਾ ਵੀ ਪਤਾ ਲੱਗ ਜੂਗਾ ਵੀ ਕਿੰਨਾ ਇਹਨਾਂ ਨੇ ਮਾਲੀਆ ਕਮਾਇਆ ਤੇ 20-25 ਹਜ਼ਾਰ ਕਰੋੜ ਵਾਲੀ ਗੱਲ ਗਈ ਕਿੱਥੇ, ਇਹ ਵੀ ਪਤਾ ਲੱਗ ਜਾਏਗਾ। ਸੋ ਡੱਲਾ ਜੀ, ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਨਵੇਂ ਐਡਵੋਕੇਟ ਜਨਰਲ ਨੇ ਅਹੁਦਾ ਸੰਭਾਲ ਲਿਆ, ਕੀ ਕਹਿਣਾ ਚਾਹੋਗੇ? ਦੇਖੋ, ਨਵੇਂ ਐਡਵੋਕੇਟ ਜਨਰਲ ਉਹਨਾਂ ਬਾਰੇ ਇਹ ਖਬਰਾਂ ਇਸ ਤਰੀਕੇ ਦੀਆਂ ਆਈਆਂ ਨੇ ਕਿ ਕੱਲ ਨੋਟੀਫਿਕੇਸ਼ਨ ਕਰਤਾ ਸਰਕਾਰ ਨੇ। ਸੋ ਓਫੀਸ਼ੀਅਲ ਸਟੇਟਮੈਂਟ ਅਹੁਦਾ ਸੰਭਾਲਣ ਦੀ ਉਹਦੇ ਇੰਤਜ਼ਾਰ ਹੈ, ਪਰ ਕਹਿੰਦੇ ਅਪਾਇੰਟ ਕਰਤੇ ਸਰਕਾਰ ਨੇ, ਨੋਟੀਫਿਕੇਸ਼ਨ ਜਾਰੀ ਹੋ ਗਿਆ, ਪੰਜਾਬ ਦੇ ਗਵਰਨਰ ਦੇ ਜ਼ਰੀਏ ਨੋਟੀਫਿਕੇਸ਼ਨ ਜਾਰੀ ਹੁੰਦਾ। ਸੋ ਇੱਕ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਅੱਗੇ ਵਧਾ ਦਿੱਤਾ ਗਿਆ ਕਿ ਅਸੀਂ ਜਿਹੜੇ ਵਿਨੋਦ ਘਈ ਸਾਹਿਬ ਨੇ ਉਹਨਾਂ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਦੇ ਹਾਂ, ਅਪਾਇੰਟ ਕਰਦੇ ਹਾਂ। ਸੋ ਉਹ ਹੁਣ ਬਣਾਏ ਗਏ ਨੇ। ਹਾਲਾਂਕਿ ਵਿਰੋਧ ਬਹੁਤ ਜ਼ਿਆਦਾ ਸੀ। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਅੱਜ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੈ। ਅੱਜ ਬਾਈਬਲ ਕਲਾਂ ਵਿਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੈ। ਅੱਜ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਹੁੰਦੇ ਨੇ, ਕਿਉਂਕਿ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਮੋਰਚਾ ਬਾਈਬਲ ਕਲਾਂ ਦਾ ਇਨਸਾਫ ਮੋਰਚੇ ਨੇ ਵੀ ਕਿਹਾ ਸੀ ਕਿ ਤੁਸੀਂ ਏਜੀ ਨੇ ਜਿਹੜੇ ਉਹ ਐਡਵੋਕੇਟ ਬਣਾਓ ਜਿਨ੍ਹਾਂ ਦਾ ਸਬੰਧ ਹੈ ਘੱਟੋ ਘੱਟ ਜਿਹੜੇ ਕੁਝ ਅਜਿਹੇ ਮਾਮਲੇ ਨੇ ਜਿਹਦੇ ਨਾਲ ਸਰਕਾਰ ਸਿੱਧੇ ਤੌਰ ਤੇ ਆਮਣੇ ਸਾਹਮਣੇ ਹੈ ਵੀ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਰਾਬਤਾ ਨਾ ਹੋਵੇ। ਕਿਉਂਕਿ ਇਹ ਇਲਜ਼ਾਮ ਲੱਗੇ ਨਵੇਂ ਐਡਵੋਕੇਟ ਜਨਰਲ ਤੇ ਕਿ ਉਹਨਾਂ ਨੇ ਡੇਰੇ ਨਾਲ ਜੁੜਿਆ ਕੇਸ ਵੀ ਲੜਿਆ ਹੈ, ਕਾਂਗਰਸੀ ਲੀਡਰ ਭਰਤ ਭੂਸ਼ਣ ਆਸ਼ੂ ਉਹਨਾਂ ਨਾਲ ਵੀ ਜੁੜਿਆ ਕੇਸ ਉਹਨਾਂ ਬਾਰੇ ਦੱਸਿਆ ਗਿਆ। ਹਾਲਾਂਕਿ ਜਿਹੜੀ ਬਾਰ ਕੌਂਸਲ ਹੈ ਚੰਡੀਗੜ੍ਹ ਦੀ, ਉਹ ਇਸ ਗੱਲ ਦਾ ਵਿਰੋਧ ਕਰਦੀ ਹੈ ਕਿ ਜਿਹੜਾ ਵਕੀਲ ਹੈ ਉਹ ਡਾਕਟਰ ਦੀ ਤਰ੍ਹਾਂ ਵਕੀਲ ਹੈ, ਜਿਹੜਾ ਉਹਨੇ ਤਾਂ ਹਰ ਜਿਹੜਾ ਵਿਅਕਤੀ ਆ ਗਿਆ ਕਾਨੂੰਨੀ ਮਦਦ ਲਈ ਉਹਨੂੰ ਮਦਦ ਕਰਨੀ ਹੈ। ਜਿਵੇਂ ਡਾਕਟਰ ਹੈ ਜਿਹਦੇ ਕੋਲੇ ਜਿਹੜਾ ਮਰਜ਼ੀ ਚੱਲ ਜੇ, ਡਾਕਟਰ ਨੇ ਉਹਦੀ ਜਾਨ ਬਚਾਉਣੀ ਹੈ। ਸੋ ਇਹ ਤਰਕ ਦਿੱਤੇ ਗਏ ਨੇ, ਪਰ ਭਗਵੰਤ ਮਾਨ ਨੇ ਏਜੀ ਵਿਨੋਦ ਘਈ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹ ਕਰ ਦਿੱਤੀ ਹੈ, ਪੱਕੇ ਤੌਰ ਤੇ ਹੋ ਗਈ ਨਿਯੁਕਤੀ। ਹੁਣ ਅੱਗੇ ਕੀ ਰੁਖ ਰਹਿੰਦਾ? ਵਿਰੋਧੀ ਪਾਰਟੀਆਂ ਨੇ ਤਾਂ ਵਿਰੋਧ ਕੀਤਾ, ਇਹਦੇ ਤੇ ਕੋਈ ਕੋਡ ਆਫ ਕੰਡਕਟ ਬਣ ਜਾਣਾ ਚਾਹੀਦਾ ਸਰਕਾਰ ਵੱਲੋਂ, ਜਾਂ ਸਰਕਾਰ ਵੱਲੋਂ ਕੋਈ ਖਾਸ ਨਿਯਮ ਤੈਅ ਕਰ ਦਿੱਤੇ ਜਾਣ ਤਾਂ ਕਿ ਜਦੋਂ ਲੋਕ ਅਗਰ ਕਿਸੇ ਮਾਨਯੋਗ ਵਕੀਲ ਨੂੰ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਦੀ ਜ਼ਿੰਮੇਵਾਰੀ ਦਿੱਤੀ ਜਾਵੇ, ਤਾਂ ਅਜਿਹੇ ਮੌਕੇ ਦੇ ਉੱਤੇ ਜਿਹੜੀ ਸਰਕਾਰ ਹੈ ਇਹ ਨਿਯਮਬੱਧ ਤਰੀਕੇ ਦੇ ਨਾਲ ਫਿਰ ਅੱਗੇ ਵਧੇ। ਇਹ ਮਾਮਲਾ ਅੱਗੇ ਕੀ ਰੁਖ ਲੈਂਦਾ ਇਹ ਵਕਤ ਦੱਸੂਗਾ। ਬਾਈਬਲ ਕਲਾਂ ਮੋਰਚਾ ਉਹ ਇਸ ਗੱਲ ਤੋਂ ਨਾਰਾਜ਼ ਹੈ ਕਿ ਇਸ ਸਰਕਾਰ ਨੇ ਵੀ ਹਜੇ ਤੱਕ ਇਨਸਾਫ ਨਹੀਂ ਦਿੱਤਾ, ਨਾ ਗੋਲੀकांड ਦਾ ਦਿੱਤਾ। ਅੱਜ ਬਾਈਬਲ ਕਲਾਂ ਮੋਰਚਾ ਕੀ ਫੈਸਲਾ ਕਰਦਾ ਮਨਦੀਪ ਜੀ, ਇਹਦੇ ਤੇ ਨਜ਼ਰ ਆਏਗੀ ਸਾਰਿਆਂ ਦੀ। ਸੋ ਡੱਲਾ ਜੀ, ਪੰਜਾਬ ਦੇ ਸਿਹਤ ਮੰਤਰੀ ਅਤੇ ਡਾਕਟਰ ਰਾਜ ਬਹਾਦਰ ਦੇ ਵਿਚਾਲੇ ਜੋ ਕੁਝ ਵਾਪਰਿਆ ਹੈ ਉਸ ਨੂੰ ਤੁਸੀਂ ਪੂਰਾ ਮੁਕੰਮਲ ਕਿਸ ਤਰ੍ਹਾਂ ਦੇਖਦੇ ਹੋ? ਇੱਕ ਪੂਰੀ ਰਿਪੋਰਟ ਹੈ ਜਿਹੜੀ ਉਹ ਜ਼ਰੂਰ ਸਾਂਝੀ ਕਰੋ। ਦੇਖੋ, ਇਹ ਮਾਮਲਾ ਤਾਂ ਬੜਾ ਤੂਲ ਫੜਿਆ ਹੋਇਆ ਹੈ। ਸਾਰੀਆਂ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਕਿ ਜਿਸ ਤਰੀਕੇ ਦਾ ਵਤੀਰਾ ਸਿਹਤ ਮੰਤਰੀ ਨੇ ਅਖਤਿਆਰ ਕੀਤਾ, ਇੱਕ ਮੰਨੇ ਪ੍ਰਮੰਨੇ ਦੁਨੀਆ ਦੇ ਸਰਜਨ ਦੇ ਨਾਲ, ਡਾਕਟਰ ਦੇ ਨਾਲ, ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੇ ਨਾਲ, ਉਹ ਠੀਕ ਨਹੀਂ ਸੀ। ਜਿਸ ਤਰੀਕੇ ਨਾਲ ਉਹਨਾਂ ਨੂੰ ਗੱਦੇ ਤੇ ਲਟਾਇਆ ਗਿਆ, ਵਾਈਸ ਚਾਂਸਲਰ ਇੱਕ ਯੂਨੀਵਰਸਿਟੀ ਦੇ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਵਾਲਾ ਉਹਦਾ ਹੁੰਦਾ, ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨਹੀਂ ਹੈਗਾ। 4 ਮਹੀਨੇ ਸਰਕਾਰ ਬਣੀ ਨੂੰ ਹੋ ਗਏ, ਹਜੇ ਵੀ ਨਹੀਂ ਹੈਗਾ। ਇਹਦਾ ਮਤਲਬ ਹੈ ਕਿ ਸ਼ਾਇਦ ਸਾਡੀ ਸਰਕਾਰ ਨੂੰ ਵਾਈਸ ਚਾਂਸਲਰ ਕੀ ਹੁੰਦੇ ਨੇ ਇਹਦਾ ਮਹੱਤਵ ਹੀ ਨਹੀਂ ਪਤਾ। ਸਾਡਾ ਖੇਤੀਬਾੜੀ ਪ੍ਰਧਾਨ ਸੂਬਾ, ਅਸੀਂ ਲੜਾਈਆਂ ਲੜਦੇ ਹਾਂ ਕੇਂਦਰ ਨਾਲ ਖੇਤੀ ਨੂੰ ਲੈ ਕੇ, ਤੇ ਵਾਈਸ ਚਾਂਸਲਰ ਅਸੀਂ ਲਾ ਨਹੀਂ ਸਕਦੇ, ਤੇ ਅਸੀਂ ਕੀ ਆਸ ਕਰਾਂਗੇ ਆਪਣੀ ਸਰਕਾਰ ਤੋਂ? ਔਰ ਯੂਨੀਵਰਸਿਟੀ 'ਚ ਵਿਰੋਧ ਪ੍ਰਦਰਸ਼ਨ ਹੁੰਦੇ ਨੇ ਵੀ ਭਾਈ ਵਾਈਸ ਚਾਂਸਲਰ ਹੀ ਲਾ ਦਿਓ, ਵਿਦਿਆਰਥੀ ਨੌਕਰੀਆਂ ਮੰਗਦੇ, ਪ੍ਰੋਟੈਸਟ ਕਰਦੇ ਨੇ। ਤੇ ਉੱਥੇ ਜਿਹੜੀ ਸਾਡੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਹੈ ਉਹਦੇ ਵਾਈਸ ਚਾਂਸਲਰ ਨੂੰ ਜਿਸ ਤਰੀਕੇ ਨਾਲ ਸਿਹਤ ਮੰਤਰੀ ਪੇਸ਼ ਆਏ, ਮੈਨੂੰ ਲੱਗਦਾ ਸਿਹਤ ਮੰਤਰੀ ਨੂੰ ਜ਼ਰੂਰ ਟ੍ਰੇਨਿੰਗ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ। ਔਰ ਮੈਂ ਤਾਂ ਕਹਿੰਦਾ ਕੋਈ ਇਸ ਤਰੀਕੇ ਦਾ ਕਾਨੂੰਨ ਬਣਨਾ ਚਾਹੀਦਾ ਵੀ ਜਿਹਨੇ ਵੀ ਮੰਤਰੀ ਬਣਨਾ ਹੈ ਭਾਈ ਉਹਨੂੰ ਪਹਿਲਾਂ ਮਹੀਨੇ ਕੁ ਦੀ, ਜੇ ਸਿਹਤ ਮੰਤਰੀ ਹੈ ਤੇ ਉਹਨੂੰ ਪਹਿਲਾਂ ਮਹੀਨੇ ਕੁ ਦੀ ਟ੍ਰੇਨਿੰਗ ਦੇ ਦਿਓ ਵੀ ਸਿਹਤ ਮਹਿਕਮਾ ਕੀ ਹੁੰਦਾ। ਸਾਰੇ ਵੱਡੇ ਅਫਸਰ, ਵਾਈਸ ਚਾਂਸਲਰ ਕੋਈ ਸਾਂਝਾ ਲੈਕਚਰ ਕਰਿਆ ਕਰਨ ਮੰਤਰੀ ਨੂੰ ਬਿਠਾ ਕੇ। ਮੰਤਰੀ ਦੇ ਨਾਲ ਜਿਹੜਾ ਅਮਲਾ ਹੁੰਦਾ, ਕਿਉਂਕਿ ਅੱਜ ਕੱਲ੍ਹ PA ਵੀ ਹੁੰਦੇ, ਐਡਵਾਈਜ਼ਰ ਵੀ ਹੁੰਦੇ, ਕੋਈ ਮੀਡੀਆ ਐਡਵਾਈਜ਼ਰ ਹੁੰਦਾ, ਕੋਈ ਪੋਲੀਟੀਕਲ ਐਡਵਾਈਜ਼ਰ ਹੁੰਦਾ, ਸਾਰੇ ਹੀ ਬਿਠਾ ਲਓ ਇਕੱਠੇ ਕਰਕੇ। ਸਾਰਿਆਂ ਨੂੰ ਇੱਕ ਵਾਰੀ ਜਿਹੜੇ ਸਿਹਤ ਮਹਿਕਮੇ ਦੇ ਵੱਡੇ ਅਫਸਰ ਨੇ
ਸਮੇਤ ਵਾਈਸ ਚਾਂਸਲਰ ਇੱਕ ਵਾਰ ਬਰੀਫ ਕਰ ਦੇਣ, ਸਮਝਾ ਦੇਣ ਵੀ ਸਿਹਤ ਮਹਿਕਮਾ ਕੰਮ ਕਿਵੇਂ ਕਰਦਾ ਹੈ ਤੇ ਵਾਈਸ ਚਾਂਸਲਰ ਹੁੰਦਾ ਕੀ ਹੈ। ਸਾਡੇ ਸੁੱਖ ਨਾਲ ਸਾਡੇ ਦੇਸ਼ 'ਚ ਕਈ ਮੰਤਰੀ ਇਹੋ ਜਿਹੇ ਹੁੰਦੇ ਆ, ਹੋਣੇ ਆ, ਜਿਨ੍ਹਾਂ ਨੂੰ ਵਾਈਸ ਚਾਂਸਲਰ ਦੇ ਸਪੈਲਿੰਗ ਨਹੀਂ ਲਿਖਣੇ ਆਉਂਦੇ ਹੋਣੇ ਜੀ। ਉਹ ਚਲੋ ਕੋਈ ਮਾੜੀ ਗੱਲ ਨਹੀਂ, ਜੇ ਕਿਸੇ ਨੂੰ ਵਾਈਸ ਚਾਂਸਲਰ ਦੇ ਸਪੈਲਿੰਗ ਨਹੀਂ ਲਿਖਣੇ ਆਉਂਦੇ, ਪੰਜਾਬੀ 'ਚ ਤਾਂ ਲਿਖਣੇ ਆਉਂਦੇ ਹੋਣੇ ਮਾਂ ਬੋਲੀ 'ਚ, ਹੈ ਨਾ। ਤੇ ਪੰਜਾਬੀ 'ਚ ਉਹਨਾਂ ਨੂੰ ਵਾਈਸ ਚਾਂਸਲਰ ਦਾ ਮਤਲਬ ਵੀ ਪਤਾ ਹੋਣਾ ਚਾਹੀਦਾ ਹੈ। ਕਈਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਪੰਜਾਬੀ 'ਚ ਵਾਈਸ ਚਾਂਸਲਰ ਨੂੰ ਕੀ ਕਹਿੰਦੇ ਨੇ। ਸੋ ਇਸ ਕਰਕੇ ਇਹ ਬਹੁਤ ਗੁੰਝਲਦਾਰ ਵਿਸ਼ੇ ਬਣ ਜਾਂਦੇ ਨੇ। ਔਰ ਜਿਹੜਾ ਸਾਡਾ ਸਿਸਟਮ ਹੈ ਉਹ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦਾ ਹੈ, ਪਰ ਜਦੋਂ ਸਿਸਟਮ ਦੀ ਗਰਦਨ ਆਕੜ ਜਾਂਦੀ ਹੈ ਤੇ ਫਿਰ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਹੁਣ ਜੌੜੇ ਮਾਜਰਾ ਸਾਹਿਬ ਨੂੰ ਇੱਜ਼ਤ ਨਾਲ ਪੇਸ਼ ਹੋਣਾ ਚਾਹੀਦਾ ਸੀ। ਇੱਕ ਵਾਈਸ ਚਾਂਸਲਰ ਦਾ ਕੰਮ ਨਹੀਂ ਹੈ ਕਿ ਗੰਦਾ ਹੈ, ਉਹ ਮੈਡੀਕਲ ਸੁਪਰਡੈਂਟ ਦਾ ਕੰਮ ਹੁੰਦਾ ਹੈ ਕਿਸੇ ਵੀ ਸੰਬੰਧਿਤ ਹਸਪਤਾਲ ਦੇ। ਮੈਡੀਕਲ ਸੁਪਰਡੈਂਟੈਂਟ ਇਸੇ ਲਈ ਬਣਿਆ। ਔਰ ਜੇ ਸਿਹਤ ਮੰਤਰੀ ਵਾਈਸ ਚਾਂਸਲਰ ਨੂੰ ਜ਼ਿੰਮੇਦਾਰ ਮੰਨਦੇ ਨੇ ਤਾਂ ਫਿਰ ਤਾਂ ਜ਼ਿੰਮੇਵਾਰੀ ਸਿਹਤ ਮੰਤਰੀ ਦੀ ਬਣਦੀ ਆ ਵੀ ਭਾਈ ਤੁਸੀਂ ਸਿਹਤ ਮੰਤਰੀ ਹੋ। ਔਰ ਕੋਈ ਡਾਟਾ ਨਹੀਂ ਸਰਕਾਰ ਨੇ ਦਿੱਤਾ, ਕੋਈ ਟਵੀਟ ਨਹੀਂ ਕੀਤਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਾਂ ਸਿਹਤ ਮੰਤਰੀ ਨੇ ਵੀ ਭਾਈ ਮੇਰੇ ਸਿਹਤ ਮੰਤਰੀ ਬਣਨ ਤੋਂ ਬਾਅਦ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਹਸਪਤਾਲਾਂ ਲਈ ਇੰਨੇ ਨਵੇਂ ਗੱਦੇ ਖਰੀਦੇ, ਅਸੀਂ ਇੰਨੀਆਂ ਨਵੀਆਂ ਚਿੱਟੀਆਂ ਚਾਦਰਾਂ ਖਰੀਦੀਆਂ। ਇਹ ਵੀ ਗੱਲ ਦੀ ਕੋਈ ਗਰੰਟੀ ਨਹੀਂ ਵੀ ਚਾਦਰਾਂ ਚੂਦਰਾਂ ਧੋਣ ਲਈ ਪਤਾ ਨਹੀਂ ਸਰਫ ਸਰਕਾਰ ਦਿੰਦੀ ਹੋਣੀ ਕਿ ਨਹੀਂ ਦਿੰਦੀ ਹੋਣੀ, ਜਾਂ ਸਾਡਾ ਜਿਹੜਾ ਸਹਾਇਕ ਸਟਾਫ ਹੈ ਉਹ ਕੋਲੋਂ ਹੀ ਸਰਫ ਦਾ ਇੰਤਜ਼ਾਮ ਕਰਦੇ ਹੋਣ। ਇਹ ਵੀ ਵੱਡੀ ਗੱਲ ਨਹੀਂ। ਇਹ ਬਹੁਤ ਸਰਕਾਰੀ ਮਹਿਕਮੇ ਦਾ ਹਾਲ ਬਹੁਤ ਮਾੜਾ ਹੈ। ਭਾਵੇਂ ਪਿਛਲੀਆਂ ਸਰਕਾਰਾਂ ਜ਼ਿੰਮੇਦਾਰ ਨੇ, ਪਰ ਨਵੀਂ ਸਰਕਾਰ ਵੀ ਵੱਖਰੇ ਤਰੀਕੇ ਨਾਲ ਹੀ ਕੰਮ ਕਰ ਰਹੀ ਹੈ। ਬਦਲਾਅ ਬੜਾ ਵੱਖਰਾ ਜਿਹਾ ਆਇਆ। ਇਹ ਰੰਗ ਉਡਾਊ ਬਦਲਾਅ ਹੈ। ਚਿੱਟੇ ਕੱਪੜੇ ਦਾ ਜਦੋਂ ਰੰਗ ਉੱਡਦਾ ਨਾ ਉਹਦੇ 'ਤੇ ਪੀਲੇ ਪੀਲੇ ਧੱਬੇ ਜਿਹੇ ਪੈ ਜਾਂਦੇ, ਕਈ ਵਾਰੀ ਮਿੱਟੀ ਲੱਗੀ ਹੁੰਦੀ, ਕਈ ਵਾਰੀ ਕੁਛ ਡਿੱਗ ਜਾਂਦਾ ਉੱਤੇ। ਹੁਣ ਪੁਰਾਣੇ ਸਾਡੇ ਹਸਪਤਾਲ ਡਿਸਪੈਂਸਰੀਆਂ ਪਹਿਲਾਂ ਉਹਨਾਂ ਨੂੰ ਮਜ਼ਬੂਤ ਕਰਦੇ ਤੇ ਸੇਵਾ ਕੇਂਦਰਾਂ ਤੇ ਆਮ ਆਦਮੀ ਕਲੀਨਿਕਾਂ ਦੇ ਬੋਰਡ ਲੱਗ ਕੇ ਰੰਗ ਰੋਗਨ ਸ਼ੁਰੂ ਹੋ ਗਏ। ਸੋ ਚਲੋ 15 ਅਗਸਤ ਕਿਹੜਾ ਦੂਰ ਹੈ, ਪਤਾ ਲੱਗ ਜੂਗਾ ਵੀ 75 ਦੇ ਵਿੱਚ ਕਿਸ ਤਰ੍ਹਾਂ ਦਾ ਇੰਤਜ਼ਾਮ ਹੋ ਰਿਹਾ। ਹੁਣ ਜੋ ਕੁਝ ਇਹ ਵਾਪਰਿਆ ਉਹਦੀ ਹਰ ਪਾਸਿਓਂ ਨਿੰਦਾ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਉਹ ਇਸ ਤਰ੍ਹਾਂ ਨਹੀਂ ਚਾਹੁੰਦਾ ਕਿ ਇਸ ਤਰੀਕੇ ਨਾਲ ਐਡੇ ਵੱਡੇ ਸਾਡੇ ਜਿਹੜੇ ਸਿਹਤ ਮਾਹਰ ਨੇ ਉਹਨਾਂ ਦਾ ਅਪਮਾਨ ਕੀਤਾ ਜਾਵੇ। ਮੈਨੂੰ ਦਿੱਲੀ ਮਾਡਲ ਬੜਾ, ਮੈਂ ਹੈਰਾਨ ਹੁੰਦਾ, ਬੜਾ ਦਿੱਲੀ ਮਾਡਲ ਕੀਤਾ ਜਾਂਦਾ ਹੈ। ਦਿੱਲੀ 'ਚ ਜਿੰਨੇ ਲੋਕ ਕੋਵਿਡ ਦੇ ਸਮੇਂ ਦੁਨੀਆ ਤੋਂ ਗਏ ਕਿਤੇ ਨਹੀਂ ਗਏ। ਦਿੱਲੀ ਦੀਆਂ ਸ਼ਮਸ਼ਾਨ ਘਾਟ ਆ ਟੈਲੀਵਿਜ਼ਨ ਚੈਨਲਾਂ ਨੇ ਦਿਖਾਤੇ। ਵਾਪਰਿਆ ਸਾਰੇ ਕਿਤੇ ਆ, ਪਰ ਸਾਡੀ ਪੰਜਾਬ ਪੁਲਿਸ ਭਾਵੇਂ ਸ਼ੁਰੂ 'ਚ ਡੰਡੇ ਮਾਰਦੇ ਰਹੇ ਪੰਜਾਬ ਪੁਲਿਸ ਵਾਲੇ ਲੋਕਾਂ ਦੇ, ਪਰ ਬਾਅਦ 'ਚ ਸੇਵਾ ਵੀ ਕੀਤੀ, ਲੰਗਰ ਬਣਾਇਆ, ਕਈਆਂ ਨੇ ਆਪ ਵੰਡਿਆ, ਲੰਗਰ ਛਕਾਇਆ ਜ਼ਰੂਰਤਮੰਦਾਂ ਨੂੰ, ਰਾਸ਼ਨ ਵੰਡੇ ਪੰਜਾਬ ਪੁਲਿਸ ਨੇ, ਐਂਬੂਲੈਂਸਾਂ 'ਚ ਕਈਆਂ ਨੇ ਮਰੀਜ਼ ਵੀ ਛੱਡੇ। ਡੰਡੇ ਮਾਰਨਾ ਚਲੋ ਗਲਤ ਸੀ, ਸੇਵਾ ਕੀਤੀ, ਡਾਕਟਰਾਂ ਨੇ ਵੀ ਕੀਤੀ ਬਹੁਤ ਜ਼ਿਆਦਾ। ਕਈ ਇਹੋ ਜਿਹੇ ਵੀ ਡਾਕਟਰਾਂ 'ਤੇ ਇਲਜ਼ਾਮ ਲੱਗੇ ਜਿਨ੍ਹਾਂ ਨੇ ਚਾਂਦੀ ਕੁੱਟੀ ਇੱਦਾਂ ਦੇ ਮੌਕੇ। ਪਰ ਮੇਰਾ ਇਹ ਮੰਨਣਾ ਹੈ ਕਿ 90-95% ਤੋਂ ਜ਼ਿਆਦਾ ਡਾਕਟਰਾਂ ਦਾ ਭਾਈਚਾਰਾ ਉਹ ਮਦਦ ਕਰਨ ਵਾਲਾ ਰਿਹਾ। ਸਾਡੇ ਨਰਸਿੰਗ ਸਟਾਫ, ਉਹਨਾਂ ਨੇ ਕੋਵਿਡ ਦੇ ਵਾਰਡਾਂ 'ਚ ਡਿਊਟੀਆਂ ਦਿੱਤੀਆਂ। ਇਹ ਮੰਤਰੀ ਅਗਰ ਉਹਨਾਂ ਦਿਨਾਂ 'ਚ ਕੋਵਿਡ ਦੇ ਵਾਰਡਾਂ 'ਚ ਜਾਣਾ ਹੁੰਦਾ ਇਹ ਲਵੇ ਨਹੀਂ ਸੀ ਲੱਗਣੇ। ਹੁਣ ਮੈਨੂੰ ਪਤਾ ਨਹੀਂ ਪਿਛਲੇ ਮੰਤਰੀ ਜਾਂਦੇ ਰਹੇ ਹਸਪਤਾਲਾਂ 'ਚ ਜਾਂ ਨਹੀਂ, ਪਰ ਆਮ ਤੌਰ 'ਤੇ ਸਿਹਤ ਜਿਹੜਾ ਮਹਿਕਮਾ ਹੈ ਉਹਨਾਂ ਦੇ ਅਫਸਰ, ਡਾਕਟਰ, ਮੁਲਾਜ਼ਮ, ਇਹਨਾਂ ਨੇ ਕੋਵਿਡ ਸਮੇਂ ਬਹੁਤ ਮਿਹਨਤ ਕੀਤੀ। ਸੋ ਦਿੱਲੀ ਮਾਡਲ ਤਾਂ ਕੋਵਿਡ 'ਚ ਫੇਲ ਹੀ ਹੋ ਗਿਆ, ਧੂੰਆਂ ਨਿਕਲ ਗਿਆ ਉਹਦਾ, ਜਿਵੇਂ ਇੰਜਨ ਸੜ ਜਾਂਦਾ ਸਾਡੇ ਜਨਰੇਟਰ ਦਾ। ਹੁਣ ਸਵਾਲ ਇਹ ਹੈ ਕਿ ਜੋ ਕੁਝ ਵਾਪਰਿਆ, ਰਾਜਾ ਵੜਿੰਗ ਉੱਥੇ ਗਏ ਕੱਲ੍ਹ ਤੇ ਭਾਵੁਕ ਹੋ ਗਏ ਰਾਜ ਬਹਾਦਰ ਸਾਹਿਬ, ਕਿਉਂਕਿ ਉਹਨਾਂ ਨੇ ਵੀ ਮਹਿਸੂਸ ਕੀਤਾ ਹੋਣਾ ਜਿਸ ਤਰੀਕੇ ਨਾਲ ਅਖਬਾਰਾਂ 'ਚ ਖਬਰਾਂ ਛਪੀਆਂ। ਇੱਕ ਦੁਨੀਆ ਦੇ ਮੰਨੇ ਪ੍ਰਮੰਨੇ ਸਰਜਨ ਨੇ, ਹਰ ਪਾਸਿਓਂ ਨਿੰਦਿਆ ਹੋਈ। ਮੈਂ ਤਾਂ ਕਹਿੰਦਾ ਇੱਕ ਵਾਰੀ ਦੁਬਾਰਾ ਸੁਣਾ ਦਈਏ, ਭਾਵੇਂ ਸਾਰੇ ਪੰਜਾਬੀਆਂ ਨੇ ਵਿਰੋਧੀਆਂ ਦੇ ਬਿਆਨ ਸੁਣ ਲਏ, ਪਰ ਪ੍ਰੋਗਰਾਮ ਦੇ ਅਖੀਰ 'ਚ ਦੁਬਾਰਾ ਵੀ ਇੱਕ ਵਾਰ ਦੱਸ ਦਿਓ। ਰਾਜ ਬਹਾਦਰ ਸਾਹਿਬ ਭਾਵੁਕ ਹੋਏ, ਰਾਜਾ ਵੜਿੰਗ ਨੇ, ਬਹੁਤ ਲੋਕਾਂ ਨੇ ਬਿਆਨ ਦਿੱਤਾ। ਮੇਰੇ ਕੋਲੇ ਦੇਖੋ ਆ ਪਿਆ ਸਾਹਮਣੇ ਕਾਗਜ਼। ਇੰਡੀਅਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਸਿਹਤ ਮੰਤਰੀ ਅਸਤੀਫਾ ਦੇਵੇ ਔਰ ਬਿਨਾਂ ਸ਼ਰਤ ਮਾਫੀ ਮੰਗਣਾ। ਇੱਥੇ ਗੱਲਾਂ ਤੁਰੀ ਜਾਂਦੀਆਂ ਨੇ, ਕਹਿੰਦੇ ਭਗਵੰਤ ਮਾਨ ਜੀ ਨੇ ਮਾਫੀ ਮੰਗ ਲਈ। ਭਗਵੰਤ ਮਾਨ ਜੀ ਦੇ ਮਾਫੀ ਮੰਗਣ ਨਾਲ ਕੀ ਹੋਣਾ? ਜਦੋਂ ਆਦਰਸ਼ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਵੀ ਜੇ ਕੋਈ ਸਾਡਾ ਬੰਦਾ ਗਲਤੀ ਕਰੂ ਤੇ ਮਿਸਾਲੀ ਸਜ਼ਾ ਦੇਵਾਂਗੇ, ਤੇ ਮਾੜਾ ਮੋਟਾ ਇੱਕ ਬਿਆਨ ਹੀ ਸਿਹਤ ਮੰਤਰੀ ਸਾਹਿਬ ਤੋਂ ਦਵਾ ਦਿੰਦੇ ਵੀ ਮੈਂ ਖੇਦ ਪ੍ਰਗਟ ਕਰਦਾ। ਇਹ ਵੀ ਹੋ ਸਕਦਾ ਹੈ ਮਨਦੀਪ ਜੀ
ਭਗਵੰਤ ਮਾਨ ਜੀ ਨੇ ਮਾਫੀ ਤਾਂ ਮੰਗ ਲਈ ਕਿਉਂਕਿ ਜੌੜਾ ਸਾਹਿਬ, ਜਿਹੜੇ ਜੌੜਾ ਮਾਜਰਾ ਸਾਹਿਬ ਹੈ, ਇਹਨਾਂ ਨੂੰ ਕਹਿੰਦੇ ਦਿੱਲੀ ਵਾਲਿਆਂ ਨਹੀਂ ਲਾਇਆ, ਤੇ ਉਹਨੂੰ ਹਟਾਉਣਾ, ਉਹ ਤੋਂ ਮਾਫੀ ਮੰਗਾਉਣੀ, ਕਹਿੰਦੇ ਇਹ ਦਿੱਲੀ ਦਾ ਅਧਿਕਾਰ ਖੇਤਰ ਹੈ। ਇਹੋ ਜਿਹੀਆਂ ਚਰਚਾਵਾਂ ਨੇ, ਪੋਲੀਟੀਕਲ ਵਿਰੋਧੀ ਇਲਜ਼ਾਮ ਲਾਉਂਦੇ ਨੇ। ਇਸ ਕਰਕੇ ਜੇ ਕੋਈ ਕਾਰਵਾਈ ਕਰਨੀ ਹੋਊ ਤੇ ਭਗਵੰਤ ਮਾਨ ਸਾਹਿਬ ਤੱਕ ਸੁਨੇਹਾ ਪਹੁੰਚ ਨੂੰ ਟਾਈਮ ਲੱਗਦਾ ਹੈ। ਦਿੱਲੀੋਂ ਸੁਨੇਹਾ ਆਊ ਫਿਰ ਕਾਰਵਾਈ ਹੋਊ, ਪਰ ਕਾਰਵਾਈ ਕਰਨੀ ਜ਼ਰੂਰ ਚਾਹੀਦੀ ਹੈ। ਭਾਵੇਂ ਮੰਤਰੀ ਨੂੰ ਇਹ ਸਜ਼ਾ ਲਾ ਦਿਓ ਕਿ ਮੰਤਰੀ ਸਾਹਿਬ 5 ਦਿਨ ਉਸ ਹਸਪਤਾਲ 'ਚ ਹੀ ਰਹਿਣ ਤੇ ਆਪ ਸਾਰੇ ਗੱਦੇ ਗੁੱਦੇ ਧੁਆ ਕੇ ਆਉਣ, ਚਾਦਰਾਂ ਧੁਆ ਕੇ ਆਉਣ, ਪੂਰੀ ਵਿਵਸਥਾ ਬਣਾ ਕੇ ਆਉਣ। ਉਹਨਾਂ ਦੀ ਵੀ ਜ਼ਿੰਮੇਵਾਰੀ ਹੈ, ਸਿਹਤ ਮੰਤਰੀ ਹੈ ਭਾਈ, ਮੁਖੀ ਨੇ ਮਹਿਕਮੇ ਦੇ। ਸੋ ਕਿਉਂਕਿ ਇਸ ਤਰੀਕੇ ਦਾ ਵਰਤਾਰਾ ਕਰਨ ਦੇ ਨਾਲ ਸਾਡੇ ਸਿਹਤ ਮੁਲਾਜ਼ਮ, ਸਿਹਤ ਕਾਮੇ, ਡਾਕਟਰ ਸਾਰਿਆਂ ਦਾ ਮੋਰਲ ਡਿੱਗਿਆ। ਉਹ ਮਨੋਵਿਗਿਆਨਿਕ ਤੌਰ 'ਤੇ ਉਹ ਸਾਰੇ ਦਬਾਅ ਦੇ ਵਿੱਚ ਆਏ ਨੇ। ਔਰ ਜਿਹੜੇ ਸਾਡੇ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਨੇ, ਕਈ ਪ੍ਰੋਫੈਸਰ ਨੇ, ਉਹਨਾਂ ਨੇ ਵੀ ਆਪਣਾ, ਕਿਸੇ ਨੇ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ, ਕਿਸੇ ਨੇ ਐਡੀਸ਼ਨਲ ਚਾਰਜ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਮਰਥਨ 'ਚ ਆਈਆਂ ਨੇ ਡਾਕਟਰ ਰਾਜ ਬਹਾਦਰ ਦੀ। ਔਰ ਅਸਲ 'ਚ ਸਿਹਤ ਮਹਿਕਮਾ ਬੁਰੀ ਤਰ੍ਹਾਂ ਨਾਲ ਇਸ ਵਕਤ ਨਾਰਾਜ਼ ਹੈ ਮੰਤਰੀ ਦੇ ਇਸ ਤਰੀਕੇ ਦੇ ਆਚਰਣ ਤੋਂ। ਇਸ ਕਰਕੇ ਜੇ ਮੰਤਰੀ ਅਪੋਲੋਜਾਈਜ਼ ਕਰ ਦੇਣ ਤੇ ਗਲਤੀ ਮੰਨਣ ਨਾਲ ਕੋਈ ਛੋਟਾ ਨਹੀਂ ਹੁੰਦਾ, ਵੱਡਾ ਹੁੰਦਾ ਹੈ। ਔਰ ਮੈਂ ਉਹ ਵੀ ਦੇਖ ਰਿਹਾ ਸੀ ਇੱਕ ਟੈਲੀਵਿਜ਼ਨ ਚੈਨਲ ਤੇ, ਕਹਿੰਦੇ ਜੀ ਸਿਹਤ ਮੰਤਰੀ ਇਹ ਆਪਣੇ ਵਾਲੇ, ਇਹਨਾਂ ਦੇ ਨਾਲ ਹੋਰ ਸਾਥੀ ਇੱਕ ਲੇਬਰ ਰੂਮ ਸੀ ਕਿਸੇ ਹਸਪਤਾਲ 'ਚ ਗਏ ਸਰਕਾਰੀ, ਸਮੇਤ ਬੂਟ ਲੇਬਰ ਰੂਮ 'ਚ ਚਲੇ ਗਏ। ਉੱਥੇ ਆਮ ਲੋਕ ਚੱਪਲਾਂ ਵੀ ਨਹੀਂ ਪਾਉਂਦੇ, ਉਹ ਪਲਾਸਟਿਕ ਦੇ ਲਿਫਾਫੇ ਪੈਰਾਂ 'ਤੇ ਚੜ੍ਹਾ ਕੇ ਜਾਂਦੇ ਆ ਜੀ। ਤੇ ਕਹਿੰਦੇ ਸਿਹਤ ਮੰਤਰੀ ਸਾਹਿਬ ਸਮੇਤ ਬੂਟ ਚਲੇ ਗਏ। ਸੋ ਇਸ ਕਰਕੇ ਟ੍ਰੇਨਿੰਗ ਜ਼ਰੂਰੀ ਹੈ ਸਿਹਤ ਮੰਤਰੀ ਦੀ ਵੀ। ਸੋ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਭਗਵੰਤ ਮਾਨ ਸਾਹਿਬ ਦੀ। ਟਿਊਸ਼ਨ ਟਾਸ਼ਨ ਰਖਾਉਣ ਸਿਹਤ ਮੰਤਰੀ ਸਾਹਿਬ ਨੂੰ, ਤਾਂ ਹੀ ਮਸਲਾ ਨਿਬੜਨਾ ਜੀ। ਬਾਕੀ ਵਿਰੋਧ ਬੜਾ ਹੋ ਰਿਹਾ, ਮਨ ਬੜਾ ਦੁਖੀ ਹੈ। ਮੇਰਾ ਵੀ ਬੜਾ ਮਨ ਦੁਖੀ ਹੋਇਆ ਜਦੋਂ ਮੈਂ ਤਸਵੀਰ ਦੇਖੀ, ਅਖਬਾਰ 'ਚ ਖਬਰ ਪੜ੍ਹੀ। ਮੈਂ ਕਿਹਾ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਹੋਣਾ ਵੀ ਨਹੀਂ ਚਾਹੀਦਾ ਇਸ ਤਰ੍ਹਾਂ। डॉक्टर साहब की कहना चाहोगे जो होया है वैसे काफी अनफॉर्चुनेट है, लेकिन फिर भी ਤੁਹਾਡੇ ਵੱਲੋਂ ਕੀ ਤੁਸੀਂ ਕਹਿਣਾ ਚਾਹੋਗੇ? I am pained ਦੁੱਖ ਹੈ ਮੈਨੂੰ। ਹੋਇਆ ਕੀ ਸੀਗਾ, ਮਤਲਬ ਉਹ ਪੂਰਾ ਇੰਸੀਡੈਂਟ ਜੇ ਥੋੜਾ ਜਿਹਾ ਦੱਸ ਸਕੋ, ਹੋਇਆ ਕੀ ਸੀਗਾ? ਮੇਰੇ ਖਿਆਲ ਆਈ ਥਿੰਕ ਮਿਨਿਸਟਰ ਕੇਮ ਐਂਡ ਹੀ ਵਾਸ ਆਸਕਿੰਗ ਵੇ ਚੀਜ਼ਾਂ ਕਿਉਂ ਹੋਏ, ਘੱਟ ਕਿਉਂ ਹੋਏ, ਉਹਦੇ ਮਾਈਕ ਤੇ ਵਿਚ ਦੀ ਰਿਸਪਾਂਸਿਬਿਲਿਟੀ ਉਹਦੀ ਮੈਡੀਕਲ ਸੁਪਰਡੈਂਟ, ਬਟ ਸਟਿਲ ਐਜ਼ ਹੈਡ ਦੀ ਇੰਸਟੀਟਿਊਸ਼ਨ ਮੈਂ ਨਾਲ ਥਾ। ਕਹਿੰਦੇ ਕਿੱਦਾਂ ਦਾ ਬੈੱਡ, ਕਿੱਦਾਂ ਦਾ ਮੈਟਰਸ, ਕਿੱਦਾਂ ਦੀ ਮੈਟਰਸ ਕਿ ਪੈਕੇਜ ਇੱਥੇ ਕੋਈ ਕਹਿ ਸਕਦੇ। ਮੈਂ ਕਿਹਾ ਜੇ ਮੇਰਾ ਮਰੀਜ਼ ਕਹਿੰਦਾ ਤਾਂ ਮੈਂ ਪੈਕੇਜ ਲੈ ਸਕਦਾ। ਸਰ ਕਿਵੇਂ ਲੱਗਿਆ ਜਦੋਂ ਤੁਹਾਨੂੰ ਸਾਰਾ ਮੀਡੀਆ ਲੋਕਾਂ ਦੇ ਸਾਹਮਣੇ ਕਿਹਾ ਵੀ ਜਾ ਕੇ ਉੱਥੇ ਪੈਕੇਜ ਤੇ ਪੈਕੇਜ ਦਿਖਾਓ, ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਤੁਹਾਨੂੰ ਲੱਗਿਆ ਨਹੀਂ, ਮਹਿਸੂਸ ਨਹੀਂ ਹੋਇਆ ਵੀ ਹਾਂ ਮੈਡੀਕਲ ਫੀਲਡ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਕੋਈ ਚਾਂਸ ਆਇਆ ਤੁਹਾਡੀ? ਮੇਰੇ 45 ਸਾਲ ਹੋ ਗਏ ਸਰ, 13 ਬੜੇ ਹਸਪਤਾਲਾਂ में काम कभी भी ਤੁਸੀਂ ਆ ਡਾਕਟਰ ਸਾਹਿਬ ਨੂੰ ਵੇਖੋ ਖੁਦ, ਉਹ ਤਾਂ ਇੰਨੇ ਸਾਦੇ ਹੈ, ਵੀਸੀ ਹੋ ਕੇ ਕਿਵੇਂ ਵਿਚਾਰੇ ਲੋਕਾਂ ਦਾ ਆਪਰੇਸ਼ਨ ਇਹਨਾਂ ਉਹਦੇ ਚ ਉਹ ਚੱਪਲ ਹੋਈ, ਕਿਉਂਕਿ ਉਹਨਾਂ ਦਾ ਮਾਣੀ ਸੇਵਾ ਭਾਵਨਾ ਯਾਰ। ਅਸੀਂ ਕਈ ਵਾਰੀ ਇਹਨਾਂ ਨੂੰ ਫੋਨ ਕਰਦੇ, ਇਹਨਾਂ ਨੇ ਉਹ ਸਾਡੀ ਗੱਲ ਨਹੀਂ ਹੋ ਸਕਦੀ ਸੀ, ਅਸੀਂ ਫੋਨ ਤੇ ਗੱਲ ਕਹਿਣੀ, ਇਹਨਾਂ ਨੇ ਕਹਿ ਦੇਣਾ ਕਿ ਇਹ ਹੋਣਾ ਨਹੀਂ। ਜਿਹੜੀ ਗੱਲ ਨਹੀਂ ਹੋ ਸਕਦੀ ਉਹ ਨਹੀਂ ਕਰ ਸਕਦੇ। ਐਥਿਕਸ ਦੇ ਨਾਲ ਤਾਂ ਰਾਜ ਬਹਾਦਰ ਜੀ ਨੇ ਕਦੇ ਸਮਝੌਤਾ ਹੀ ਨਹੀਂ ਕੀਤਾ। ਤੇ ਜਿੱਥੇ ਪੇਸ਼ੈਂਟ ਦੀ ਗੱਲ ਹੈ, ਆਮ ਵਿਅਕਤੀ ਦੀ ਗੱਲ ਹੈ, ਇਹਨਾਂ ਨੇ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ। ਅੱਜ ਜਿਹੜਾ 50,000 ਕੋਵਿਡ ਦੇ ਮਰੀਜ਼ਾਂ ਦੀ ਟੈਸਟਿੰਗ ਹੁੰਦੀ ਸੀ, ਉਹ ਜਸਟ ਬਿਕੋਜ਼ ਆਫ ਸੋ ਡੱਲਾ ਜੀ, ਪੰਜਾਬ ਦੇ ਵਿੱਚ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਔਰ ਬਿਆਸ ਦਰਿਆ ਦੇ ਨੇੜਲੇ ਪਿੰਡਾਂ ਨੂੰ ਵੀ ਸੁਚੇਤ ਰਹਿਣ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ। ਇੱਕ ਵਾਰੀ ਮੌਸਮ ਦੇ ਬਾਰੇ ਜ਼ਰੂਰ ਜਿਹੜੀ ਅਪਡੇਟ ਹੈ ਉਹ ਸਾਂਝੀ ਕਰੋ। ਦੇਖੋ 1 ਜੂਨ ਤੋਂ ਲੈ ਕੇ 29 ਜੁਲਾਈ ਤੱਕ 227 ਮਿਲੀਮੀਟਰ ਬਰਸਾਤ ਹੋਈ ਹੈ ਪੰਜਾਬ ਦੇ ਵਿੱਚ। ਸਧਾਰਨ ਹਾਲਾਤਾਂ 'ਚ ਇਹਦੇ ਸਧਾਰਨ ਹਾਲਾਤਾਂ ਨਾਲੋਂ 28 ਮਿਲੀਮੀਟਰ ਜ਼ਿਆਦਾ ਹੈ। ਤੇ ਅਗਲੇ 24 ਘੰਟਿਆਂ ਦੇ ਵਿੱਚ ਵੀ ਕਈ ਥਾਂ ਅਲਰਟ ਹੈ, ਬਰਸਾਤ ਹੋ ਸਕਦੀ ਹੈ। ਔਰ ਜੇ ਅਸੀਂ ਸ਼ੁੱਕਰਵਾਰ ਦੀ, ਸ਼ਨੀਵਾਰ ਦੀ ਗੱਲ ਕਰੀਏ ਤਾਂ ਲਗਭਗ 11-12 ਜ਼ਿਲ੍ਹਿਆਂ 'ਚ ਮੀਂਹ ਪਿਆ। ਦਰਮਿਆਨੀ ਤੋਂ ਭਾਰੀ ਬਰਸਾਤ ਹੋਈ ਹੈ, ਜਿਹਦੇ ਨਾਲ ਚਲੋ ਮੌਸਮ ਗਰਮੀ ਤੋਂ ਤਾਂ ਅਸੀਂ ਬਚੇ ਹਾਂ, ਪਰ ਮੀਂਹ ਬਹੁਤ ਜ਼ਿਆਦਾ ਪਿਆ, ਜਿਹਦੇ ਨਾਲ ਲੋਕਾਂ ਨੂੰ ਅਸੁਵਿਧਾ ਵੀ ਹੋਈ ਹੈ। ਪਰ ਸਾਨੂੰ ਇਹਦਾ ਵੱਡੇ ਤੌਰ ਤੇ ਫਾਇਦਾ ਇਹੀ ਹੈ ਕਿ ਭਾਵੇਂ ਮੀਂਹ ਜ਼ਿਆਦਾ ਪੈ ਰਿਹਾ, ਸਾਡਾ ਜ਼ਮੀਨੀ ਪਾਣੀ ਚਾਰਜ ਹੋ ਰਿਹਾ, ਜ਼ਮੀਨ 'ਚ ਪਾਣੀ ਕਾਫੀ ਹੱਦ ਤੱਕ ਜਾਂਦਾ ਹੈ। ਔਰ ਇਸ ਵਕਤ ਜ਼ਰੂਰਤ ਪੰਜਾਬ ਨੂੰ ਇਸੇ ਗੱਲ ਦੀ ਹੈ ਕਿ ਮੀਂਹ ਇੱਕੋ ਦਮ ਬਹੁਤ ਜ਼ਿਆਦਾ ਨਾ ਪਵੇ ਕਿਸੇ ਇੱਕ ਥਾਂ ਤੇ। ਅੱਜ ਕੱਲ੍ਹ ਕੀ ਹੁੰਦਾ ਹੈ, ਕੁਦਰਤ ਦਾ ਇਸ ਤਰੀਕੇ ਦਾ ਮਾਹੌਲ ਬਣ ਗਿਆ ਕਿ ਕਿਸੇ ਸ਼ਹਿਰ ਦੇ ਇੱਕ ਹਿੱਸੇ 'ਚ ਬਹੁਤ ਜ਼ਿਆਦਾ ਮੀਂਹ ਪੈਂਦੀ, ਉੱਥੇ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਨੇ।
ਸੋ ਮੀਂਹ ਅਗਰ ਬਰਾਬਰ ਸਾਰੇ ਪੰਜਾਬ 'ਚ ਪਈ ਚੱਲੇ ਕੁਦਰਤ ਵੱਲੋਂ ਉਹਦੇ ਨਾਲ ਜ਼ਿਆਦਾ ਫਾਇਦਾ ਹੈ। ਪਰ ਜਿਹੜਾ ਇਹ ਮੀਂਹ ਪੈ ਰਿਹਾ ਇਹਦੇ ਨਾਲ ਸਾਡੇ ਜ਼ਮੀਨ ਦਾ ਲੈਵਲ ਵੱਧ ਰਿਹਾ। ਸੋ ਘੱਟੋ ਘੱਟ ਇਹਦੇ ਨਾਲ ਜਿਹੜਾ ਤਾਪਮਾਨ ਹੈ ਉਹ ਵੀ ਸ਼ੁੱਕਰਵਾਰ ਦਾ ਤਾਪਮਾਨ ਕਹਿੰਦੇ 31 ਡਿਗਰੀ ਦੀ ਬਜਾਏ 26 ਡਿਗਰੀ ਰਿਕਾਰਡ ਕੀਤਾ ਗਿਆ। ਸੋ ਸ਼ਨੀਵਾਰ ਨੂੰ ਵੀ ਤਾਪਮਾਨ ਹੈ ਜਿਹੜਾ ਘੱਟ ਸੀ। ਸੋ ਮੌਸਮ ਇੰਨਾ ਜ਼ਿਆਦਾ ਗਰਮ ਨਹੀਂ ਸੀ। ਸੋ ਬਾਕੀ ਜਿਹੜੇ ਦਰਿਆ ਦੇ ਨੇੜੇ ਲੋਕ ਨੇ, ਬਿਆਸ ਦਰਿਆ ਦੇ, ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਵੀ ਤੁਸੀਂ ਸੁਚੇਤ ਹੋ ਕੇ ਰਹੋ। ਹੁਣ ਇਹਦੇ ਪਿੱਛੇ ਵੀ ਮਾਫੀਆ ਜ਼ਿੰਮੇਦਾਰ ਹੈ। ਸਾਡੇ ਰੇਤ ਮਾਫੀਏ ਨੇ ਦਰਿਆਵਾਂ ਦੇ ਕੰਢੇ ਜਿਹੜੇ ਨੇ ਉਹ ਪੋਲੇ ਕਰਤੇ, ਜਿਹਦੇ ਨਾਲ ਜਦੋਂ ਦਰਿਆਵਾਂ 'ਚ ਪਾਣੀ ਦਾ ਵਹਾਅ ਵੱਧਦਾ ਹੈ ਤੇ ਕੰਢੇ ਕਮਜ਼ੋਰ ਹੋ ਚੁੱਕੇ ਨੇ, ਕਿਉਂਕਿ ਉਹ ਰੇਤਾ ਰੂਤਾ ਕੱਢ ਕੇ ਲੈ ਗਏ ਸਭ। ਜਿਹੜੇ ਸਾਡੇ ਬੈੱਡ ਨੇ, ਰਿਵਰ ਬੈੱਡ ਜਿਹਨੂੰ ਕਹਿੰਦੇ ਨੇ, ਦਰਿਆ ਦਾ ਧਰਾਤਲ ਕਹਿ ਦਈਏ ਪੰਜਾਬੀ 'ਚ, ਜਿਹੜੇ ਦਰਿਆਵਾਂ ਦੇ ਧਰਾਤਲ ਨੇ ਉੱਥੋਂ ਵੀ ਰੇਤੇ ਦੀਆਂ ਗੈਰ ਕਾਨੂੰਨੀ ਜਿਹੜੀਆਂ ਨੇ ਚੋਰੀਆਂ ਹੋਈਆਂ ਨੇ, ਜਿਹਦੇ ਨਾਲ ਖੱਡਾਂ ਬਣ ਗਈਆਂ ਜ਼ਮੀਨ ਤੱਕ ਗਹਿਰੀਆਂ। ਤੇ ਜਦੋਂ ਪਾਣੀ ਆਉਂਦਾ ਤੇ ਉਹ ਪਾਣੀ ਜਦੋਂ ਵੜ ਜਾਂਦਾ ਜ਼ਮੀਨ ਹੇਠਾਂ ਤੇ ਉਹ ਕਿਸੇ ਹੋਰ ਪਾਸਿਓਂ ਨਿਕਲ ਪੈਂਦਾ ਤੇ ਉਹ ਪਾੜ ਪਾ ਦਿੰਦਾ। ਕੰਢੇ ਕਈ ਵਾਰੀ ਜਿਹੜੇ ਨੇ ਉਹ ਟੁੱਟ ਜਾਂਦੇ ਨੇ। ਸੋ ਤੁਸੀਂ ਬੰਨ ਬਹੁਤ ਥਾਵਾਂ ਤੇ ਬੰਨ ਕੇ ਰੱਖੇ ਹੋਏ ਨੇ ਸਾਡੇ ਪਿੰਡਾਂ ਦੇ ਵਿੱਚ, ਪਰ ਫਿਰ ਵੀ ਸਾਡੇ ਕੰਢੇ ਥੋੜ੍ਹੇ ਜਿਹੇ ਪੋਲੇ ਨੇ ਦਰਿਆਵਾਂ ਦੇ। ਸੋ ਜਦੋਂ ਪਾਣੀ ਵੱਧਦਾ ਤੇ ਦਬਾਅ ਨਾਲ ਛੱਲ ਮਾਰਦਾ ਤੇ ਉਹ ਤੋੜ ਦਿੰਦਾ ਕੰਢਾ। ਇਸ ਕਰਕੇ ਸੁਚੇਤ ਰਹਿਣ ਦੀ ਲੋੜ ਹੈ। ਸੋ ਭਾਖੜਾ ਡੈਮ ਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਲਗਾਤਾਰ ਸਾਡੇ ਸਟੋਰ ਹੋ ਰਿਹਾ। ਬਾਕੀ ਆਸ ਕਰਦੇ ਹਾਂ ਕਿ ਜਿਹੜੀ ਮੌਨਸੂਨ ਹੈ ਉਹ ਚੰਗੀ ਪਵੇ, ਪਰ ਹੜ੍ਹਾਂ ਨਾਲ ਕਿਸੇ ਦਾ ਮਕਾਨ ਨਾ ਉਜੜੇ, ਕਿਸੇ ਦਾ ਕੋਈ ਡੰਗਰ ਨੂੰ, ਜਾਨ ਮਾਲ ਨੂੰ ਨੁਕਸਾਨ ਨਾ ਹੋਵੇ, ਇਹ ਉਮੀਦ ਕਰਦੇ ਹਾਂ। ਜਿਸ ਤਰੀਕੇ ਪੰਜਾਬ ਦੇ ਸਿਹਤ ਮੰਤਰੀ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਸਾਹਿਬ ਨੂੰ ਜਲੀਲ ਕੀਤਾ, ਅਪਮਾਨਿਤ ਕੀਤਾ, ਔਰ ਇਸ ਹੱਦ ਤੱਕ ਉਹਨਾਂ ਨੂੰ ਜਲੀਲ ਕੀਤਾ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਇਸ ਘਟਨਾ ਨੇ ਸਾਰੇ ਪੰਜਾਬ ਨੂੰ ਦੁਨੀਆ ਦੀ ਨਜ਼ਰਾਂ ਦੇ ਵਿੱਚ ਸ਼ਰਮਸਾਰ ਕੀਤਾ। ਡਾਕਟਰ ਰਾਜ ਬਹਾਦਰ ਮੈਡੀਕਲ ਐਜੂਕੇਸ਼ਨ ਦੇ ਵਿੱਚ ਦੇਸ਼ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇੱਕ ਬਹੁਤ ਵੱਡੀ ਸਨਮਾਨਿਤ ਸ਼ਖਸੀਅਤ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ 9 ਸਾਲ ਵੀਸੀ ਹੁੰਦੇ ਹੋਏ ਉਹਨਾਂ ਨੇ ਮੈਡੀਕਲ ਐਜੂਕੇਸ਼ਨ ਦੇ ਵਿੱਚ ਬਹੁਤ ਵੱਡੇ ਰਿਫਾਰਮ ਕੀਤੇ, ਇੱਕ ਸਟੈਂਡਰਡ ਬਣਾਇਆ ਯੂਨੀਵਰਸਿਟੀ ਦਾ। ਪਰ ਐਡੀ ਵੱਡੀ ਮਹਾਨ ਸ਼ਖਸੀਅਤ ਨੂੰ, ਜਿਹੜੇ ਏਸ਼ੀਆ ਦੇ ਸਭ ਤੋਂ ਵੱਡੇ ਸਪਾਈਨ ਸਰਜਨ ਵੀ ਨੇ, ਇੱਕ ਮੰਤਰੀ ਵੱਲੋਂ ਪਬਲਿਕਲੀ ਜਲੀਲ ਕਰਨਾ ਇਹ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ। ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੇ ਮੰਤਰੀ ਨੂੰ ਤੁਰੰਤ ਹਟਾਓ। ਇਹ ਜਿਹੜਾ ਰੋਸ ਫੈਲ ਰਿਹਾ ਸਾਰੇ ਦੇਸ਼ ਦੇ ਵਿੱਚ, ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਸਤੀਫਾ ਦੇ ਗਏ, ਮੈਡੀਕਲ ਸੁਪਰਡੈਂਟ ਦੇ ਗਏ, ਵਾਈਸ ਪ੍ਰਿੰਸੀਪਲ ਦੇ ਗਏ, ਇਹ ਪੰਜਾਬ ਵਾਸਤੇ ਬੜੀ ਵੱਡੀ ਸ਼ਰਮ ਦੀ ਗੱਲ ਹੈ। ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ ਤੇ ਮੰਤਰੀ ਨੂੰ ਤੁਰੰਤ ਚੱਲਦਾ ਕਰੋ। ਆਮ ਆਦਮੀ ਪਾਰਟੀ ਦੇ ਮੰਤਰੀ ਜੋਰ ਮਾਜਰਾ ਵੱਲੋਂ ਜੋ ਡਾਕਟਰ ਰਾਜ ਬਹਾਦਰ ਸਿੰਘ ਜੀ ਨਾਲ ਵਤੀਰਾ ਕੀਤਾ ਗਿਆ, ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ, ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਪਬਲਿਕਲੀ ਹਿਊਮਿਲੇਟ ਕੀਤਾ ਗਿਆ, ਉਹ ਡਾਕਟਰ ਰਾਜ ਬਹਾਦਰ ਸਿੰਘ ਜਿਨ੍ਹਾਂ ਨੂੰ ਡਾਕਟਰ APJ ਅਬਦੁਲ ਕਲਾਮ ਦੇ ਬਰਾਬਰ ਸਮਝਿਆ ਜਾਂਦਾ, ਇੰਨਾ ਸਨਮਾਨ ਹੈ ਉਹਨਾਂ ਦਾ, ਔਰ ਜਿਸ ਦੇ ਚੱਲਦੇ ਉਹਨਾਂ ਨੇ ਇਸ ਤੋਂ ਆਪਣੀ ਨੌਕਰੀ ਤੋਂ ਵੀ ਰਿਜ਼ਾਈਨ ਕਰਤਾ, ਆਪਣੀ ਪੋਸਟ ਤੋਂ। ਇਹ ਬੜੀ ਸ਼ਰਮ ਦੀ ਗੱਲ ਆ, ਇਹਦੀ ਅਸੀਂ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਇਹ ਆਮ ਆਦਮੀ ਪਾਰਟੀ ਦਾ, ਅਰਵਿੰਦ ਕੇਜਰੀਵਾਲ ਦਾ ਮਾਡਲ ਆ। ਲੋਕਾਂ ਨੂੰ ਜਲੀਲ ਕਰੋ, ਬੇਇੱਜ਼ਤ ਕਰੋ, ਔਰ ਕੌਣ ਕਰ ਰਹੇ ਨੇ? ਇੱਕ ਅਨਪੜ੍ਹ ਮੰਤਰੀ ਕਰ ਰਹੇ ਨੇ। ਇਹ ਹਿਊਮਿਲੇਸ਼ਨ ਖਾਲੀ ਡਾਕਟਰ ਰਾਜ ਬਹਾਦਰ ਸਿੰਘ ਦੀ ਨਹੀਂ, ਬਲਕਿ ਪੰਜਾਬ ਔਰ ਪੰਜਾਬੀਆਂ ਦੀ ਬੇਇੱਜ਼ਤੀ ਅਰਵਿੰਦ ਕੇਜਰੀਵਾਲ ਵੱਲੋਂ। ਮੈਂ ਅਰਵਿੰਦ ਕੇਜਰੀਵਾਲ ਨੂੰ ਇਹ ਜ਼ਰੂਰ ਜਿਤਾਉਣਾ ਚਾਹੁੰਦਾ, ਯਾਦ ਕਰਾਉਣਾ ਚਾਹੁੰਦਾ, ਇਹ ਕੰਮ ਪਹਿਲਾਂ ਵੀ ਲੋਕਾਂ ਨੇ ਕੀਤੇ ਨੇ, ਪਰ ਫਿਰ ਪੰਜਾਬ ਦੇ ਲੋਕਾਂ ਨੇ ਚੁੱਕ ਕੇ ਉਹਨੂੰ ਸੱਤਾ ਤੋਂ ਬਾਹਰ ਸੁੱਟਿਆ। ਹੁਣ ਤੁਹਾਡੀ ਵਾਰੀ ਆ, ਮਾਫੀ ਮੰਗੋ। ਅਰਵਿੰਦ ਕੇਜਰੀਵਾਲ ਨੂੰ ਆਪਣੇ ਇਸ ਮੰਤਰੀ ਦੇ ਵਤੀਰੇ ਵਾਸਤੇ ਪਬਲਿਕਲੀ ਮਾਫੀ ਮੰਗਣੀ ਚਾਹੀਦੀ ਆ, ਔਰ ਡਾਕਟਰ ਰਾਜ ਬਹਾਦਰ ਸਿੰਘ ਜੀ ਨੂੰ ਮਿਲ ਕੇ ਉਹਨਾਂ ਤੋਂ ਮਾਫੀ ਮੰਗ ਕੇ ਉਹਨਾਂ ਨੂੰ ਉਹਨਾਂ ਦੀ ਪਦ ਤੇ ਵਾਪਸ ਸੁਸ਼ੋਭਿਤ ਕਰਨਾ ਚਾਹੀਦਾ ਹੈ। ਇਹ ਪੰਜਾਬ ਦੇ ਲੋਕਾਂ ਦੀ ਮੰਗ ਆ। ਵਾਈਸ ਚਾਂਸਲਰ ਫਰੀਦਕੋਟ ਮੈਡੀਕਲ ਯੂਨੀਵਰਸਿਟੀ ਆਪਣਾ ਅਸਤੀਫਾ ਦੇ ਦਿੱਤਾ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਮੰਤਰੀ ਦੁਆਰਾ ਅਪਮਾਨਿਤ ਕੀਤਾ ਗਿਆ, ਔਰ ਹੋਰ ਵੀ ਅਧਿਕਾਰੀਆਂ ਨੇ ਰੈਜ਼ਿਗਨੇਸ਼ਨ ਦਿੱਤੇ ਨੇ। ਪ੍ਰਸ਼ਾਸਨਿਕ ਅਧਿਕਾਰੀ ਔਰ ਹੈਲਥ ਸੇਵਾਵਾਂ ਦੇ ਅਧਿਕਾਰੀ ਜਿਹੜੇ ਆ, ਔਰ ਈਵਨ ਪੁਲਿਸ ਅਧਿਕਾਰੀ ਜਿਹੜੇ, ਉਹ ਸਾਰੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰਦੇ ਆ, ਕਿਉਂਕਿ ਇਹਨਾਂ ਦੇ ਵਿਧਾਇਕਾਂ ਦਾ ਵਿਵਹਾਰ, ਇਹਨਾਂ ਦੇ ਮਿਨਿਸਟਰਾਂ ਦਾ ਵਿਵਹਾਰ, ਆਮ ਆਦਮੀ ਦਾ ਉਹ ਹੰਕਾਰੀ ਹੈ, ਔਰ ਉਸ ਨੂੰ ਜ਼ਰੂਰ ਨੱਥ ਪੈਣੀ ਚਾਹੀਦੀ ਆ, ਰੋਕਿਆ ਜਾਣਾ ਚਾਹੀਦਾ। ਔਰ ਜਿਸ ਤਰ੍ਹਾਂ ਵਾਈਸ ਚਾਂਸਲਰ ਵਿਦਵਾਨ ਵਿਅਕਤੀ ਨੇ, ਉਹਨਾਂ ਨੂੰ ਅਪਮਾਨਿਤ ਕੀਤਾ ਗਿਆ, ਗੰਦੇ ਬਿਸਤਰ ਤੇ ਲੇਟਣ ਲਈ ਕਿਹਾ ਗਿਆ। ਸਰਕਾਰ ਖੁਦ ਪੈਸੇ ਨਹੀਂ ਦਿੰਦੀ, ਫੰਡਸ ਨਹੀਂ ਭੇਜਦੀ, ਔਰ ਤਦ ਹੀ ਤਾਂ ਉੱਥੇ ਉਹ ਚੇਂਜਸ ਹੋਣਗੇ ਸਾਰੇ।
ਤੇ ਉਸ ਦੀ ਜਾਣਕਾਰੀ ਲਏ ਬਿਨਾ ਅਧਿਕਾਰੀਆਂ ਨੂੰ ਅਪਮਾਨਿਤ ਕਰਨਾ ਮੈਂ ਸਮਝਦਾ ਇੱਕ ਬਹੁਤ ਹੀ ਮੰਦਭਾਗੀ ਤੇ ਬੁਰੀ ਘਟਨਾ ਹੋਈ ਹੈ। ਸਾਰੇ ਰਾਜਨੀਤਿਕ ਦਲਾਂ ਨੂੰ ਇਹ ਜਿਹੜੀ ਇਵੈਂਟ ਮੈਨੇਜਮੈਂਟ ਕਰਦੇ ਆ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਹੁਣੀ, ਉਸ ਨੂੰ ਰੋਕਣਾ ਚਾਹੀਦਾ, ਕਿਉਂਕਿ ਵੀਡੀਓ ਬਣਾ ਕੇ ਵੀਡੀਓ ਵਾਇਰਲ ਕਰਨਾ ਇਹ ਬਹੁਤ ਹੀ ਬੁਰੀ ਗੱਲ ਆ ਔਰ ਜਾਣਬੁੱਝ ਕੇ ਬਣਵਾਈ ਗਈ, ਜਾਣਬੁੱਝ ਕੇ ਵਾਇਰਲ ਕੀਤੀ ਗਈ ਤੇ ਇਹ ਸਿੱਧਾ ਅਪਮਾਨ ਆ ਔਰ ਇਹਦਾ ਮੁਕੱਦਮਾ ਵੀ ਦਰਜ ਹੋਣਾ ਚਾਹੀਦਾ। ਮੇਰੀ ਇਹ ਮੰਗ ਆ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਾਗਰੂਕ ਹੋ ਕੇ ਇਸ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ। ਕੱਲ੍ਹ ਦਾ ਜਿਹੜਾ ਇਨਸੀਡੈਂਟ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਹੈਲਥ ਮਿਨਿਸਟਰ ਪੰਜਾਬ ਵੱਲੋਂ ਉੱਥੇ ਜਾ ਕੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੇ ਨਾਲ ਜਿਸ ਕਿਸਮ ਦਾ ਬਿਹੇਵੀਅਰ ਹੋਇਆ ਉਹਨੂੰ ਮੈਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਕੰਡੈਮ ਕਰਾਂ। ਇਹ ਸਾਰੇ ਮੈਡੀਕਲ ਫਟਰਨਿਟੀ ਦੀ ਮੈਂ ਸਮਝਦਾ ਬੇਇੱਜ਼ਤੀ ਕਰਨ ਵਾਲੀ ਗੱਲ ਹੈ। ਇੱਕ ਰਿਨਾਊਂਡ ਪੰਜਾਬੀ, ਇੱਕ ਰਿਨਾਊਂਡ ਡਾਕਟਰ ਜਿਹੜਾ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਸਾਰੇ ਹਿੰਦੁਸਤਾਨ 'ਚ ਨਾਂ ਹੈ, ਜਿਨ੍ਹਾਂ ਨੇ ਤਕਰੀਬਨ 13-14 ਇੰਸਟੀਟਿਊਸ਼ਨਸ ਨੂੰ ਹੈਡ ਕੀਤਾ, ਉਹਨੂੰ ਜਿਸ ਢੰਗ ਦੇ ਨਾਲ ਹੈਲਥ ਮਿਨਿਸਟਰ ਨੇ ਡੀਲ ਕੀਤਾ ਇਹ ਸ਼ਰਮਨਾਕ ਹੈ। ਮੈਂ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਾਂਗਾ, ਜੇ ਤੁਸੀਂ ਚਾਹੁੰਦੇ ਹੋ ਕਿ ਇਨਸੀਡੈਂਟ ਰੁਕਣ ਤੇ ਤੁਹਾਨੂੰ ਸਖਤੀ ਨਾਲ ਪੇਸ਼ ਆਉਣਾ ਪਏਗਾ। ਮੈਂ ਇੱਥੇ ਡਿਮਾਂਡ ਕਰਾਂਗਾ ਐਜ਼ ਲੀਡਰ ਆਫ ਦੀ ਆਪੋਜੀਸ਼ਨ, ਇਮੀਡੀਏਟਲੀ ਜੋੜਾ ਮਾਜਰਾ ਸਾਹਿਬ ਨੂੰ ਸੱਦੋ, ਉਹਨਾਂ ਨੂੰ ਕਹੋ ਕਿ ਡਾਕਟਰ ਰਾਜ ਬਹਾਦਰ ਜੀ ਕੋਲੋਂ, ਸਾਰੇ ਮੈਡੀਕਲ ਫਟਰਨਿਟੀ ਦੇ ਕੋਲੋਂ ਸ਼ਰੇਆਮ ਜਿਹੜਾ ਹੈ ਮਾਫੀ ਮੰਗਣ। ਜੇ ਮਾਫੀ ਨਹੀਂ ਮੰਗਦੇ ਤੇ ਇਹਨਾਂ ਦਾ ਅਸਤੀਫਾ ਲਓ ਤੇ ਇਹਨਾਂ ਨੂੰ ਮਾਰਚਿੰਗ ਆਰਡਰਸ ਦਿਓ। ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਨਾਲ ਹੀ ਅਰਵਿੰਦ ਕੇਜਰੀਵਾਲ ਜੀ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਇੱਕ ਪੰਜਾਬ ਦੇ ਵਿੱਚ ਬਦਲਾਵ ਦੀ ਗੱਲ ਕੀਤੀ ਸੀ, ਕਿਰਪਾ ਕਰਕੇ ਆਪ ਦੇ ਵਰਕਰਸ ਨੂੰ, ਆਪ ਦੇ ਐਮਐਲਏਜ਼ ਨੂੰ, ਆਪ ਦੇ ਮਿਨਿਸਟਰਸ ਨੂੰ ਕੋਈ ਓਰੀਐਂਟੇਸ਼ਨ ਕੈਂਪ ਲਗਵਾਓ। ਇਹਨਾਂ ਨੂੰ ਦੱਸੋ ਪਬਲਿਕ ਡੀਲਿੰਗ ਕਿਸ ਤਰ੍ਹਾਂ ਕਰੀਦੀ ਹੈ, ਇਹ ਜੰਗਲ ਰਾਜ ਨਹੀਂ ਹੈ। ਇੱਥੇ ਲੋਕਾਂ ਨੂੰ, ਅਫਸਰਾਂ ਨੂੰ ਡੀਲ ਕਰਦਾ ਤੌਰ ਤਰੀਕਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਸੋ ਇਹ ਇਨਸੀਡੈਂਟ ਨੇ ਸਮੁੱਚੇ ਪੰਜਾਬੀ ਜਗਤ ਦੇ ਵਿੱਚ ਬਹੁਤ ਵੱਡੀ ਨਮੋਸ਼ੀ ਦਾ ਇੱਕ ਲਹਿਰ ਚੱਲ ਰਹੀ ਹੈ। ਤੋ ਮੈਂ ਇੱਕ ਵਾਰ ਫੇਰ ਆਸ ਕਰਾਂਗਾ ਕਿ ਭਗਵੰਤ ਸਿੰਘ ਮਾਨ ਇਹਦੇ ਵਿੱਚ ਟਾਈਮ ਖਰਾਬ ਕੀਤੇ ਬਿਨਾ ਜਲਦੀ ਤੋਂ ਜਲਦੀ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਤੇ ਕੋਈ ਐਕਸ਼ਨ ਲੈਣ। ਸੋ ਡੱਲਾ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਖਬਰਾਂ ਸਾਂਝੀਆਂ ਕੀਤੀਆਂ। ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।